ਮੰਤਰੀ ਭਗਵੰਤ ਸਿੰਘ ਮਾਨ ਮੈਂਸ਼ਨ ਕਰਦੇ ਨੇ ਵੀ ਚਰਨਜੀਤ ਚੰਨੀ ਦਾ ਵੀ ਮਾਫੀਆ ਜਾਂ ਹੋਰ ਇੱਕ ਚੀਜ਼ਾਂ ਦੇ ਅੰਦਰ ਨਾਮ ਹੈਗਾ, ਪੁੱਛਗਿੱਛ ਕੀਤੀ ਜਾਊਗੀ ਜਦੋਂ ਉਹਨਾਂ ਦੀ, ਜਿਸ ਵਿੱਚ ਕਿ ਆਪਣੇ ਬੇਟੇ ਦਾ ਜਦੋਂ ਵਿਆਹ ਹੁੰਦਾ ਹੈ, ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ, ਉਸ ਦੌਰਾਨ ਜਿਹੜੇ ਕੁਝ ਸਮਾਗਮ ਸਰਕਾਰੀ ਕੀਤੇ ਗਏ, ਉਹਨਾਂ ਦੇ ਖਰਚਿਆਂ ਦੇ ਵਿੱਚੋਂ ਹੀ ਆਪਣੇ ਬੇਟੇ ਦੇ ਵਿਆਹ ਦੇ ਵਿੱਚ ਖਰਚਾ ਲਾਇਆ ਗਿਆ। ਤਕਰੀਬਨ 1 ਕਰੋੜ 40 ਲੱਖ ਰੁਪਇਆ ਲੁੱਕਆਊਟ ਸਰਕੂਲਰ ਜਾਂ ਜਿਹੜਾ ਜਾਰੀ ਕੀਤਾ ਗਿਆ ਨੋਟਿਸ ਹੈ, ਉਸ ਦਾ ਇੱਕ ਮੋਟਾ ਜਿਹਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਸ਼ਖਸ ਦੇ ਬਾਰੇ ਜਾਣਕਾਰੀ ਦੇਸ਼ ਦੇ ਸਾਰੇ ਪੋਰਟਸ ਦੇ ਉੱਤੇ, ਚਾਹੇ ਉਹ ਹਵਾਈ ਅੱਡੇ ਹੋਣ ਚਾਹੇ ਉਹ ਦੂਸਰੇ ਪੋਰਟਸ ਹੋਣ, ਉੱਥੇ ਦਿੱਤੀ ਜਾਂਦੀ ਹੈ। ਇਮੀਗ੍ਰੇਸ਼ਨ ਨੂੰ ਦੱਸਦਾ ਜਾਂਦਾ ਕਿ ਇਹ ਸ਼ਖਸ ਇਸ ਪਾਸਪੋਰਟ ਨੰਬਰ ਤੋਂ ਇਹਦੀ ਪਛਾਣ ਦਾ ਜਦੋਂ ਵੀ ਤੁਹਾਡੇ ਕੋਲ ਆਏ, ਕਿਸੇ ਫਲਾਈਟ ਨੂੰ ਬੋਰਡ ਕਰਨ ਲੱਗੇਗਾ ਜਾਂ ਕਿਸੇ ਹਵਾਈ ਜਹਾਜ਼ ਵਿੱਚ ਚੜ੍ਹਨ ਲੱਗੇਗਾ ਤਾਂ ਤੁਸੀਂ ਸਾਨੂੰ ਸੂਚਿਤ ਕਰੋਗੇ। ਚਰਨਜੀਤ ਚੰਨੀ ਨੂੰ ਆਪਣੇ ਉਸ ਦੌਰੇ ਨੂੰ ਕੈਂਸਲ ਇਹ ਸੋਚ ਕੇ ਕਰਨਾ ਪੈ ਰਿਹਾ। ਇਹ ਉਹਨਾਂ ਦਾ ਕਹੇ ਮੁਤਾਬਕ ਹੈ ਕਿ ਮੇਰੇ ਤੇ ਇਲਜ਼ਾਮ ਨਾ ਲੱਗਣ ਕਿ ਫਿਰ ਦੁਬਾਰਾ ਮੈਂ ਭੱਜ ਗਿਆ, ਮੇਰੇ ਬਾਰੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਬਿਆਨ ਨਾ ਹੋਣ, ਇਸ ਵਾਸਤੇ ਮੈਂ ਆਪਣਾ ਦੌਰਾ ਰੱਦ ਕਰਦਾ ਹਾਂ। ਕਿ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਜਿਹੜੀ ਗ੍ਰਿਫਤਾਰੀ ਦੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰਿਸ਼ਵਤ ਲੈਂਦਿਆਂ ਉਹਦੇ ਕਰਿੰਦੇ ਦੇ ਨਾਲ ਗ੍ਰਿਫਤਾਰੀ ਦੀ ਖਬਰਾਂ ਝੂਠੀਆਂ ਨੇ। ਸੋ ਜਿਹਨੇ ਵੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ, ਜਿਹਨੇ ਵੀ ਕਰਪਸ਼ਨ ਕੀਤੀ, ਉਹਨੂੰ ਪੁੱਛਗਿੱਛ ਹੋਣੀ ਚਾਹੀਦੀ ਹੈ। ਉਹ ਤੋਂ ਚਰਨਜੀਤ ਚੰਨੀ ਨੂੰ ਕੋਈ ਐਡਵਾਂਟੇਜ ਨਹੀਂ ਮਿਲ ਜਾਂਦਾ। ਹਾਲਾਂਕਿ ਇਸ ਨੂੰ ਆਪਾਂ ਦੂਸਰੇ ਨਜ਼ਰੀਏ ਨਾਲ ਦੇਖੀਏ ਕਿ ਜਿਵੇਂ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਦੇ ਖਿਲਾਫ ਕਾਰਵਾਈ ਹੋਈ ਹੈ, ਹੁਣ ਕੱਲ੍ਹ ਹੀ ਉਹਨਾਂ ਦੀ 14 ਦਿਨ ਦੀ ਜਿਹੜੀ ਈਡੀ ਦੀ ਰਿਮਾਂਡ ਵੀ ਦਿੱਤੀ ਗਈ ਹੈ। ਵਜ਼ੀਰ ਰਹਿ ਚੁੱਕੇ ਨੇ, ਉਹਨਾਂ ਉੱਤੇ ਇੱਕ ਤੋਂ ਬਾਅਦ ਇੱਕ ਗੱਲਾਂ ਸਾਹਮਣੇ ਆ ਰਹੀਆਂ, ਪ੍ਰਾਪਰਟੀ ਨੂੰ ਲੈ ਕੇ, ਕਿਸੇ ਦੀ ਕਰਪਸ਼ਨ ਨੂੰ ਲੈ ਕੇ। ਤਾਂ ਕਾਂਗਰਸ ਪਾਰਟੀ ਇਸ ਸਥਿਤੀ 'ਚੋਂ ਹੁਣ ਕਿੱਥੇ ਜਾਂਦੀ ਨਜ਼ਰ ਆ ਰਹੀ ਹੈ? ਉਹ ਪਾਰਟੀ ਪਹਿਲਾਂ ਹੀ ਆਪੋਜੀਸ਼ਨ 'ਚ ਤਾਂ ਹੈਗੀ ਹੈ, ਪਰ ਖੜਾ ਹੋਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਪੰਜਾਬ 'ਚ ਫਿਰ ਤੋਂ। ਪਰ ਜਿਸ ਹਿਸਾਬ ਨਾਲ ਉਹਨਾਂ ਦੇ ਸਾਰੇ ਜਿਹੜੇ ਮੋਸਟ ਆਫ ਜਿਹੜੇ ਪ੍ਰੋਮਿਨੈਂਟ ਫੇਸਿਸ ਸੀ, ਉਹਨਾਂ ਉੱਤੇ ਕਰਪਸ਼ਨ ਚਾਰਜਸ ਲੱਗ ਗਏ। ਪੰਜਾਬ ਦੇ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਖਿਲਾਫ ਵਿਜੀਲੈਂਸ ਨੇ ਲੁੱਕਆਊਟ ਸਰਕੂਲਰ ਜਾਰੀ ਕੀਤਾ ਹੈ। ਇਹ ਮਸਲਾ ਥੋੜੇ ਦਿਨ ਪਹਿਲਾਂ ਵਿਧਾਨ ਸਭਾ 'ਚ ਸੀਐਮ ਭਗਵੰਤ ਮਾਨ ਨੇ ਆਪ ਚੱਕਿਆ ਸੀ। ਉਹਨਾਂ ਨੇ ਕਿਹਾ ਸੀ ਵੀ ਚੰਨੀ ਦਾ ਵੀ ਨਾਮ ਵਿੱਚ ਹੈ, ਉਹਨਾਂ ਦੀ ਵੀ ਪੁੱਛਗਿੱਛ ਹੋ ਸਕਦੀ ਹੈ। ਤੇ ਹੁਣ ਜੋ ਗੱਲ ਸਾਹਮਣੇ ਆ ਰਹੀ ਹੈ ਉਹਦੇ 'ਚ ਕਿਹਾ ਜਾ ਰਿਹਾ ਵੀ ਆਮਦਨ ਤੋਂ ਵੱਧ ਜਿਹੜੀ ਜਾਇਦਾਦ ਹੈ, ਉਸ ਕੇਸ ਦੇ ਅੰਦਰ ਚਰਨਜੀਤ ਸਿੰਘ ਚੰਨੀ ਦਾ ਵੀ ਨਾਮ ਹੈ। ਚਰਨਜੀਤ ਸਿੰਘ ਚੰਨੀ ਨੇ ਵੀ ਦੂਜੇ ਪਾਸੇ ਆਪਣੀ ਜਿਹੜੀ US ਦਾ ਦੌਰਾ ਸੀ, ਸੈਕਰਾਮੈਂਟੋ ਉਹਨਾਂ ਨੇ ਜਾਣਾ ਸੀਗਾ, ਇੱਕ ਸਮਾਗਮ 'ਚ ਉਹਨਾਂ ਨੇ ਹਿੱਸਾ ਲੈਣਾ ਸੀਗਾ, ਉਹ ਉਹਨਾਂ ਨੇ ਕੈਂਸਲ ਕਰ ਦਿੱਤਾ ਵੀ ਕਿਤੇ ਮੇਰੇ ਤੇ ਬਾਅਦ 'ਚ ਇਹ ਇਲਜ਼ਾਮ ਨਾ ਲਾਏ ਜਾਣ ਵੀ ਮੈਂ ਗ੍ਰਿਫਤਾਰੀ ਤੋਂ ਜਾਂ ਪੁੱਛਗਿੱਛ ਤੋਂ ਭੱਜ ਗਿਆ ਹਾਂ। ਤਾਂ ਅੱਜ ਇਸੀ ਮਸਲੇ ਦੇ ਉੱਤੇ ਗੱਲਬਾਤ ਕਰਾਂਗੇ। ਮੈਂ ਤੁਹਾਡਾ ਹੋਸਟ ਸ਼ੁਭਕਰਮਨ ਸਿੰਘ ਢਾਲੀਵਾਲ, ਮੇਰੇ ਨਾਲ ਮੇਰੇ ਸਹਿਯੋਗੀ ਰਿਤੇਸ਼ ਲੱਖੀ ਜੀ। ਰਿਤੇਸ਼ ਜੀ, ਬਹੁਤ ਬਹੁਤ ਸਵਾਗਤ ਹੈ। ਬਹੁਤ ਬਹੁਤ ਧੰਨਵਾਦ ਸ਼ੁਭਕਰਮਨ। ਰਿਤੇਸ਼ ਜੀ, ਥੋੜੇ ਦਿਨ ਪਹਿਲਾਂ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਮੈਂਸ਼ਨ ਕਰਦੇ ਨੇ ਵੀ ਚਰਨਜੀਤ ਚੰਨੀ ਦਾ ਵੀ ਮਾਫੀਆ ਜਾਂ ਹੋਰ ਇੱਕ ਚੀਜ਼ਾਂ ਦੇ ਅੰਦਰ ਨਾਮ ਹੈਗਾ, ਪੁੱਛਗਿੱਛ ਕੀਤੀ ਜਾਊਗੀ ਜਦੋਂ ਉਹਨਾਂ ਦੀ ਤਲਖੀ ਜਾਂ ਕਹਿ ਲਓ ਤੂੰ ਮੈਂ ਹੋ ਰਹੀ ਹੁੰਦੀ ਹੈ ਪ੍ਰਤਾਪ ਸਿੰਘ ਬਾਜਵਾ ਨਾਲ, ਲੀਡਰ ਆਫ ਆਪੋਜੀਸ਼ਨ ਨਾਲ। ਤੇ ਅੱਜ ਇਹ ਖਬਰ ਆ ਜਾਂਦੀ ਹੈ ਵੀ ਲੁੱਕਆਊਟ ਸਰਕੂਲਰ ਜਾਰੀ ਕਰ ਦਿੱਤਾ ਹੈ। ਤਾਂ ਸਰਕਾਰ, ਕਾਂਗਰਸੀ ਪਾਰਟੀ ਦੇ ਜਿੰਨੇ ਵੀ ਲੀਡਰ ਨੇ, ਉਹਨਾਂ ਦੇ ਖਿਲਾਫ ਜਿਹੜੀ ਵਿਜੀਲੈਂਸ ਇਨਕੁਆਇਰੀ ਹੈ ਇੱਕ ਤੋਂ ਬਾਅਦ ਇੱਕ ਜਾਰੀ ਹੈ। ਤਾਂ ਸਾਬਕਾ ਮੁੱਖ ਮੰਤਰੀ ਦੇ ਖਿਲਾਫ ਵੀ ਕਰਤੀ ਜੋ ਪਾਰਟੀ ਦਾ ਫੇਸ ਸੀ। ਜੀ ਬਿਲਕੁਲ, ਜਿਸ ਤਰੀਕੇ ਦੀ ਤਲਖੀ ਵਿਧਾਨ ਸਭਾ ਦੇ ਵਿੱਚ ਵੇਖੀ ਗਈ, ਪ੍ਰਤਾਪ ਸਿੰਘ ਬਾਜਵਾ ਜਿਹੜੇ ਲੀਡਰ ਆਫ ਆਪੋਜੀਸ਼ਨ ਤੇ ਭਗਵੰਤ ਮਾਨ ਪੰਜਾਬ ਦੇ ਮੁੱਖ ਮੰਤਰੀ ਦੇ ਬਾਏ ਨੇਮ ਚੰਨੀ ਦਾ ਨਾਂ ਲਿਆ ਗਿਆ ਸੀ। ਹਾਲਾਂਕਿ ਚੰਨੀ ਇਸ ਵਕਤ ਵਿਧਾਨ ਸਭਾ ਦੇ ਮੈਂਬਰ ਨਹੀਂ ਹੈਗੇ ਨੇ, ਲੇਕਿਨ ਸਾਬਕਾ ਮੁੱਖ ਮੰਤਰੀ ਹੋਣ ਦੇ ਨਾਤੇ ਕਹੇਗਾ ਕਿ ਕਈ ਅਜਿਹੇ ਲੀਡਰ ਹੈਗੇ ਨੇ ਜੋ ਕਿ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਜਾਂ ਆਮਦਨ ਤੋਂ ਵੱਧ ਜਾਇਦਾਦ ਦੇ ਮਾਮਲਿਆਂ ਦੇ ਵਿੱਚ ਇਨਵੋਲਵ ਰਹੇ ਹੋ ਸਕਦੇ ਨੇ। ਸੋ ਉਸੇ ਅਨੁਸਾਰ ਇਹ ਕਾਰਵਾਈ ਹੁੰਦੀ ਨਜ਼ਰ ਆ ਰਹੀ ਹੈ। ਹਾਲਾਂਕਿ ਪਹਿਲਾਂ ਵੀ ਜਿਹੜੇ ਵਿਧਾਨ ਸਭਾ ਸੈਸ਼ਨ ਰਹੇ ਨੇ, ਜਿਸ ਦੌਰਾਨ ਇੱਕ ਲੰਮਾ ਅਰਸਾ ਕਈ ਮਹੀਨੇ ਚਰਨਜੀਤ ਸਿੰਘ ਚੰਨੀ ਵਿਦੇਸ਼ ਦੌਰੇ ਤੇ ਸਨ, ਉਸ ਵਕਤ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ ਵੀ ਭਗਵੰਤ ਮਾਨ ਹੋਣਾ ਨੇ ਆਪਣੀ ਸਪੀਚਾਂ ਦੇ ਵਿੱਚ ਕਈ ਵਾਰ ਜ਼ਿਕਰ ਕੀਤਾ ਕਿ ਚਰਨਜੀਤ ਚੰਨੀ ਦੇ ਜਿਹੜੇ ਕੰਮ ਹੈਗੇ ਨੇ, ਉਹਨਾਂ ਦੇ ਕਾਰਜਕਾਲ ਦੇ ਦੌਰਾਨ ਬਥੇਰੀਆਂ ਅਜਿਹੀਆਂ ਫਾਈਲਾਂ ਹੈਗੀਆਂ ਨੇ, ਬਥੇਰੇ ਅਜਿਹੇ ਫੈਸਲੇ ਉਹਨਾਂ ਦੇ ਲਏ ਗਏ ਨੇ ਜਿਨ੍ਹਾਂ ਦੀ ਸਮਝ ਮੁੱਖ ਮੰਤਰੀ ਨੂੰ ਨਹੀਂ ਆ ਰਹੀ ਸੀ ਤੇ ਉਸ ਬਾਰੇ ਉਹ ਗੱਲ ਕਰਨਾ ਚਾਹੁੰਦੇ ਸੀ, ਲੇਕਿਨ ਚੰਨੀ ਤਾਂ ਮੁਲਕ ਦੇ ਵਿੱਚ ਨਹੀਂ ਹੈਗੇ ਨੇ। ਇਸ਼ਾਰਾ ਉਹਨਾਂ ਨੇ ਪਹਿਲਾਂ ਵੀ ਕਰਨ ਦੀ ਕੋਸ਼ਿਸ਼ ਕੀਤੀ ਹੈ ਤੇ ਉਸ ਤੋਂ ਬਾਅਦ ਇੱਕ ਜਿਹੜੀ ਪ੍ਰੀਲਿਮਿਨਰੀ ਇਨਕੁਆਇਰੀ ਹੁੰਦੀ ਹੈ, ਵਿਜੀਲੈਂਸ ਬਿਊਰੋ ਬਿਨਾਂ ਕਿਸੇ ਕੇਸ ਨੂੰ ਰਜਿਸਟਰ ਕੀਤੇ, ਇੱਕ ਤਾਂ ਹੁੰਦਾ ਕਿ ਕਿਸੇ ਕੇਸ ਨੂੰ ਰਜਿਸਟਰ ਕਰਕੇ ਕਿਸੇ ਸ਼ਿਕਾਇਤ ਦੇ ਆਧਾਰ ਉੱਤੇ ਕੰਮ ਹੁੰਦਾ ਹੈ, ਲੇਕਿਨ ਬਹੁਤ ਸੇ ਅਜਿਹੇ ਕੇਸਿਸ ਹੁੰਦੇ ਨੇ ਜਿਨ੍ਹਾਂ ਵਿੱਚ ਪ੍ਰੀਲਿਮਿਨਰੀ ਲੈਵਲ ਦੇ ਉੱਤੇ ਇਨਕੁਆਇਰੀਆਂ ਵਿਜੀਲੈਂਸ ਬਿਊਰੋ, ਸਤਰਕਤਾ ਚੌਕਸੀ ਵਿਭਾਗ ਪਹਿਲਾਂ ਖੁਦ ਕਰਦਾ ਹੈ। ਉਸ ਤੋਂ ਬਾਅਦ ਜਦੋਂ ਉਹਨੇ ਇੱਕ ਲੋੜੀਂਦੇ ਸਬੂਤ ਹੋ ਜਾਂਦੇ ਨੇ ਇਕੱਠੇ, ਉਸ ਤੋਂ ਬਾਅਦ ਤਾਂ ਹੀ ਉਸ ਕੇਸ ਨੂੰ ਰਜਿਸਟਰ ਕੀਤਾ ਜਾਂਦਾ ਤੇ ਫਿਰ ਕਾਰਵਾਈ ਕੀਤੀ ਜਾਂਦੀ ਹੈ। ਇਹ ਤਕਰੀਬਨ ਉਹੋ ਜਿਹਾ ਮਾਮਲਾ ਲੱਗਦਾ ਪਿਆ ਕਿਉਂਕਿ ਕਈ ਮਹੀਨੇ ਹੋ ਚੁੱਕੇ ਨੇ। ਮੈਂ ਤੁਹਾਨੂੰ ਦੱਸਦਾ ਕਿ ਆਮਦਨ ਤੋਂ ਵੱਧ ਜਾਇਦਾਦ ਦਾ ਜਿਹੜਾ ਕੇਸ ਹੈ ਉਸਦੇ ਵਿੱਚ ਕਈ ਅਲੱਗ-ਅਲੱਗ ਐਸਪੈਕਟ ਹੈਗੇ ਨੇ, ਕੋਈ ਸਪੈਸੀਫਿਕ ਸ਼ਿਕਾਇਤ ਉਸ ਤਰੀਕੇ ਦੀ ਨਹੀਂ ਹੈ, ਲੇਕਿਨ ਤਿੰਨ ਜਿਹੜੇ ਵੱਡੇ ਮਾਮਲੇ ਨੇ ਜਿਸ ਵਿੱਚ ਕਿ ਆਪਣੇ ਬੇਟੇ ਦਾ ਜਦੋਂ ਵਿਆਹ ਹੁੰਦਾ, ਚਰਨਜੀਤ ਚੰਨੀ ਮੁੱਖ ਮੰਤਰੀ ਬਣਦੇ ਨੇ, ਉਸ ਦੌਰਾਨ ਜਿਹੜੇ ਕੁਝ ਸਮਾਗਮ ਸਰਕਾਰੀ ਕੀਤੇ ਗਏ, ਉਹਨਾਂ ਦੇ ਖਰਚਿਆਂ ਦੇ ਵਿੱਚੋਂ ਹੀ ਆਪਣੇ ਬੇਟੇ ਦੇ ਵਿਆਹ ਦੇ ਵਿੱਚ ਖਰਚਾ ਲਾਇਆ ਗਿਆ। ਤਕਰੀਬਨ 1 ਕਰੋੜ 40 ਲੱਖ ਰੁਪਇਆ ਦਾਸਤਾਨੇ ਸ਼ਹਾਦਤ ਇੱਕ ਪ੍ਰੋਗਰਾਮ ਹੁੰਦਾ ਹੈ ਚਮਕੌਰ ਸਾਹਿਬ ਉਹਨਾਂ ਦੇ ਹਲਕੇ ਦੇ ਵਿੱਚ,
ਇਹ ਦੱਸਿਆ ਗਿਆ ਕਿ ਫੰਡ ਜਿਹੜੇ ਉਸ ਦੇ ਵਿੱਚ ਵਰਤੇ ਗਏ, ਵਿਜੀਲੈਂਸ ਬਿਊਰੋ ਉਹਨਾਂ ਨੂੰ ਘੋਖਣ ਦੀ ਕੋਸ਼ਿਸ਼ ਕਰ ਰਿਹਾ ਕਿ ਉਹ ਫੰਡ ਨੂੰ ਡਾਇਵਰਟ ਕੀਤਾ ਗਿਆ ਤੇ ਇਸ ਵਿਆਹ ਸਮਾਗਮ ਦੀਆਂ ਤਿਆਰੀਆਂ ਜਾਂ ਵਿਆਹ ਸਮਾਗਮ ਦੇ ਵਿੱਚ ਕਿਤੇ ਵਰਤਿਆ ਗਿਆ। ਹਾਲਾਂਕਿ ਇਸ ਬਾਰੇ ਪੂਰੇ ਵੇਰਵੇ ਕਈ ਮਹੀਨਿਆਂ ਤੋਂ ਨਾ ਤਾਂ ਵਿਜੀਲੈਂਸ ਬਿਊਰੋ ਨੇ ਨਾ ਹੀ ਮੁੱਖ ਮੰਤਰੀ ਨੇ ਡੋਮੇਨ ਦੇ ਵਿੱਚ ਲਿਆਂਦੇ ਨੇ, ਪਬਲਿਕਲੀ ਗੱਲ ਕੀਤੀ ਹੈ। ਇਸ ਤੋਂ ਇਲਾਵਾ ਇੱਕ ਖਾਣਿਆਂ ਦਾ ਬਿੱਲ ਸੀਗਾ, ਕਿਹਾ ਜਾਂਦਾ ਕਿ ਚਰਨਜੀਤ ਚੰਨੀ ਜਦੋਂ ਮੁੱਖ ਮੰਤਰੀ ਹੁੰਦੇ 3 ਮਹੀਨਿਆਂ ਦੇ ਵਿੱਚ 60 ਲੱਖ ਰੁਪਏ ਦਾ ਜਿਹੜਾ ਖਾਣਾ ਸੀ ਉਸ ਨੂੰ ਕਈ 5 ਸਿਤਾਰਾ ਹੋਟਲਾਂ ਤੋਂ ਮੰਗਾਇਆ ਗਿਆ। ਹੁਣ ਉਹ ਪੈਸਾ ਜਿਹੜਾ ਖਰਚ ਕੀਤਾ ਗਿਆ ਖਾਣਿਆਂ ਦੇ ਉੱਤੇ, ਉਹ ਕਿਹਨੇ ਖਾਣਾ ਉਹ ਖਾਇਆ ਤੇ ਇੰਨਾ ਵੱਡਾ ਅਮਾਊਂਟ ਲੱਖਾਂ ਰੁਪਏ ਦਾ ਜਿਹੜਾ ਅਮਾਊਂਟ ਸੀ ਉਹ ਕਿੱਥੇ ਚਲਾ ਗਿਆ? ਉਹ ਬਿੱਲਾਂ ਦੇ ਨਾਂ ਦੇ ਉੱਤੇ ਕੋਈ ਫਰਜ਼ੀਵਾੜਾ ਤਾਂ ਨਹੀਂ ਹੋਇਆ, ਨਕਲੀ ਬਿੱਲ ਲਗਾ ਕੇ ਉਹ ਪੈਸਾ ਇੱਧਰ ਡਾਇਵਰਟ ਤਾਂ ਨਹੀਂ ਕੀਤਾ ਗਿਆ। ਇਸ ਤੋਂ ਇਲਾਵਾ ਇੱਕ ਹੋਰ ਮਾਮਲਾ ਹੈ। ਸੋ 3 ਤਕਰੀਬਨ ਅਜਿਹੇ ਨੁਕਤੇ ਜਾਂ ਨੁਕਾਤ ਹੈਗੇ ਨੇ ਜਿਨ੍ਹਾਂ ਨੂੰ ਆਧਾਰ ਬਣਾ ਕੇ ਵਿਜੀਲੈਂਸ ਬਿਊਰੋ ਪਿਛਲੇ ਕਈ ਮਹੀਨਿਆਂ ਤੋਂ ਪੜਤਾਲ ਕਰਦੀ ਪਈ। ਲੇਕਿਨ ਕਿਉਂਕਿ ਹੁਣ ਵਿਧਾਨ ਸਭਾ ਦੇ ਵਿੱਚ ਜਿਹੜੀ ਆਪਸ ਦੇ ਵਿੱਚ ਇੱਕ ਤਰੀਕੇ ਨਾਲ ਤੂੰ ਮੈਂ ਦੀ ਨੌਬਤ ਆ ਚੁੱਕੀ ਸੀ ਤੇ ਜਿਹੜਾ ਭਾਈ ਨੇ ਜੇ ਚੰਨੀ ਦਾ ਨਾਂ ਲੈ ਲਿਆ ਤਾਂ ਫਿਰ ਸਰਕਾਰ ਦੀ ਆਬਲੀਗੇਸ਼ਨ ਬਣਦੀ ਹੈ ਕਿ ਉਹ ਇਸ ਮਾਮਲੇ ਦੇ ਵਿੱਚ ਜੇ ਲੋੜੀਂਦੀ ਕਾਰਵਾਈ ਕਰੇ। ਲੁੱਕਆਊਟ ਸਰਕੂਲਰ ਜਾਂ ਜਿਹੜਾ ਜਾਰੀ ਕੀਤਾ ਗਿਆ ਨੋਟਿਸ ਹੈ, ਉਸਦਾ ਇੱਕ ਮੋਟਾ ਜਿਹਾ ਮਤਲਬ ਇਹ ਹੁੰਦਾ ਹੈ ਕਿ ਕਿਸੇ ਸ਼ਖਸ ਦੇ ਬਾਰੇ ਜਾਣਕਾਰੀ ਦੇਸ਼ ਦੇ ਸਾਰੇ ਪੋਰਟਸ ਦੇ ਉੱਤੇ, ਚਾਹੇ ਉਹ ਹਵਾਈ ਅੱਡੇ ਹੋਣ ਚਾਹੇ ਉਹ ਦੂਸਰੇ ਪੋਰਟਸ ਹੋਣ, ਉੱਥੇ ਦਿੱਤੀ ਜਾਂਦੀ ਹੈ। ਇਮੀਗ੍ਰੇਸ਼ਨ ਨੂੰ ਦੱਸਦਾ ਜਾਂਦਾ ਕਿ ਇਹ ਸ਼ਖਸ ਇਸ ਪਾਸਪੋਰਟ ਨੰਬਰ ਤੋਂ ਇਸ ਇਹਦੀ ਪਛਾਣ ਦਾ ਜਦੋਂ ਵੀ ਤੁਹਾਡੇ ਕੋਲ ਆਏ, ਕਿਸੇ ਫਲਾਈਟ ਨੂੰ ਬੋਰਡ ਕਰਨ ਲੱਗੇਗਾ ਜਾਂ ਕਿਸੇ ਹਵਾਈ ਜਹਾਜ਼ ਵਿੱਚ ਚੜ੍ਹਨ ਲੱਗੇਗਾ ਤਾਂ ਤੁਸੀਂ ਸਾਨੂੰ ਸੂਚਿਤ ਕਰੋਗੇ। ਉੱਥੇ ਉਸਨੂੰ ਇਮੀਗ੍ਰੇਸ਼ਨ ਵੱਲੋਂ ਡਿਟੇਨ ਕਰ ਲਿਆ ਜਾਏਗਾ ਤੇ ਉਸ ਤੋਂ ਬਾਅਦ ਉਸਨੂੰ ਪੁਲਿਸ ਨੂੰ ਸੌਂਪਤਾ ਜਾਏਗਾ, ਸੰਬੰਧਿਤ ਪੁਲਿਸ ਨੂੰ। ਸੋ ਇਹ ਲਿਕੁਇਡ ਸਰਕੂਲਰ ਜਾਰੀ ਕਰਨ ਦਾ ਮਾਇਨਾ ਕੀ ਹੈ, ਇਹ ਚੀਜ਼ ਤਾਂ ਖੁਦ ਵਿਜੀਲੈਂਸ ਬਿਊਰੋ ਤੇ ਮੁੱਖ ਮੰਤਰੀ ਸਪਸ਼ਟ ਕਰ ਸਕਦੇ ਨੇ, ਕਿਉਂਕਿ ਚਰਨਜੀਤ ਸਿੰਘ ਚੰਨੀ ਅਜੇ ਦੇਸ਼ ਛੱਡ ਕੇ ਗਏ ਨਹੀਂ। ਜਿਵੇਂ ਉਹਨਾਂ ਦਾ ਬਿਆਨ ਵੀ ਆਇਆ ਹੈ ਤੇ ਇੰਨੇ ਮਹੀਨੇ ਉਹਨਾਂ ਨੂੰ ਹੋ ਚੁੱਕੇ ਹੈਗੇ ਨੇ, ਇਸ ਵਕਤ ਉਹ ਆਏ, ਉਹ ਆਉਂਦੇ ਨੇ ਰਾਹੁਲ ਗਾਂਧੀ ਦੀ ਜਿਹੜੀ ਭਾਰਤ ਜੋੜੋ ਯਾਤਰਾ ਦਾ ਹਿੱਸਾ ਬਣਦੇ ਨੇ, ਸਿੱਧੂ ਮੂਸੇਵਾਲਾ ਦੇ ਘਰੇ ਜਾ ਕੇ ਆਉਂਦੇ ਨੇ, ਉਹਨਾਂ ਦੇ ਮਾਪਿਓ ਦੇ ਨਾਲ ਇੱਕ ਰਾਤ ਉਹਨਾਂ ਦੇ ਘਰ ਬਿਤਾਉਂਦੇ ਨੇ, ਉਸ ਤੋਂ ਇਲਾਵਾ ਆਪਣੇ ਹਲਕੇ ਦੇ ਵਿੱਚ ਵਿਚਰਦੇ ਨੇ। ਉਹ ਸਾਰੀਆਂ ਗੱਲਾਂ ਬਾਤਾਂ ਜਿਹੜੀਆਂ ਕਿ ਇਸ਼ਾਰਿਆਂ ਦੇ ਵਿੱਚ ਭਗਵੰਤ ਮਾਨ ਕਹਿਣਾ ਚਾਹ ਰਹੇ ਸੀਗੇ ਉਹਨਾਂ ਦੀ ਗੈਰ ਹਾਜ਼ਰੀ ਦੇ ਵਿੱਚ, ਉਹ ਸਾਰੀਆਂ ਦੇ ਪੱਖੋਂ ਚਰਨਜੀਤ ਚੰਨੀ ਨੇ ਆ ਕੇ ਸਾਹਮਣਾ ਕੀਤਾ ਹੈ, ਉਹ ਸਾਰੇ ਐਲੀਗੇਸ਼ਨ ਦਾ ਸਾਹਮਣਾ ਕੀਤਾ ਹੈ। ਉਹ ਸਾਰੀਆਂ ਗੱਲਾਂ ਬਾਤਾਂ ਤੇ ਇੰਨੇ ਮਹੀਨਿਆਂ ਦੇ ਵਿੱਚ ਕਾਰਵਾਈ ਨਹੀਂ ਹੁੰਦੀ। ਲੇਕਿਨ ਜਿਵੇਂ ਕਿ ਚਰਨਜੀਤ ਚੰਨੀ ਕਹਿ ਰਹੇ ਨੇ ਕਿ ਸੈਕਰਾਮੈਂਟੋ ਦਾ ਇੱਕ ਕੋਈ ਫੰਕਸ਼ਨ ਅਟੈਂਡ ਕਰਨ, ਸ੍ਰੀ ਗੁਰੂ ਰਵਿਦਾਸ ਜੀ ਦਾ ਫੰਕਸ਼ਨ ਸੀ, ਉੱਥੇ ਜਾਣਾ ਚਾਹ ਰਹੇ ਸੀ, ਉਹ ਸਮਾਗਮ ਪਹਿਲਾਂ ਤੋਂ ਤੈਅ ਸੀ। ਲੇਕਿਨ ਜਦੋਂ ਇਸ ਚੀਜ਼ ਦੀ ਭਿਣਕ ਲੱਗਦੀ ਹੈ ਜਾਂ ਫਿਰ ਵਿਧਾਨ ਸਭਾ ਦੇ ਵਿੱਚ ਤਕਰਾਰ ਹੁੰਦੀ ਹੈ, ਉਸ ਤੋਂ ਬਾਅਦ ਸਰਕਾਰ ਵੱਲੋਂ ਕੋਸ਼ਿਸ਼ ਹੁੰਦੀ ਹੈ ਤੇ ਫਿਰ ਚਰਨਜੀਤ ਚੰਨੀ ਨੂੰ ਆਪਣੇ ਉਸ ਦੌਰੇ ਨੂੰ ਕੈਂਸਲ ਇਹ ਸੋਚ ਕੇ ਕਰਨਾ ਪੈ ਰਿਹਾ। ਇਹ ਉਹਨਾਂ ਦਾ ਕਹੇ ਮੁਤਾਬਕ ਹੈ ਕਿ ਮੇਰੇ ਤੇ ਇਲਜ਼ਾਮ ਨਾ ਲੱਗਣ ਕਿ ਫਿਰ ਦੁਬਾਰਾ ਮੈਂ ਭੱਜ ਗਿਆ, ਮੇਰੇ ਬਾਰੇ ਮੇਰੀ ਗੈਰ ਹਾਜ਼ਰੀ ਦੇ ਵਿੱਚ ਬਿਆਨ ਨਾ ਹੋਣ, ਇਸ ਵਾਸਤੇ ਮੈਂ ਆਪਣਾ ਦੌਰਾ ਰੱਦ ਕਰਦਾ ਹੈ ਤੇ ਨਾਲ ਹੀ ਲੁੱਕਆਊਟ ਸਰਕੂਲਰ ਨੋਟਿਸ ਜਾਰੀ ਹੁੰਦਾ ਹੈ। ਹੁਣ ਇੱਥੇ ਹੈਰਾਨੀ ਦੀ ਗੱਲ ਇਹ ਵੀ ਜ਼ਰੂਰ ਹੈ ਕਿ ਲੁੱਕਆਊਟ ਸਰਕੂਲਰ ਦਾ ਮਤਲਬ ਕੀ ਹੈ? ਜੇ ਤੁਸੀਂ ਚਰਨਜੀਤ ਚੰਨੀ ਦੇ ਖਿਲਾਫ ਐਡੇ ਲੋੜੀਂਦੇ ਸਬੂਤ ਲੱਭ ਲੈਣੇ, ਉਹਨਾਂ ਨੂੰ ਜਾ ਕੇ ਫੜੋ, ਉਹਨਾਂ ਨੂੰ ਗ੍ਰਿਫਤਾਰ ਕਰੋ ਤੇ ਉਹਨਾਂ ਦੇ ਖਿਲਾਫ ਕਾਰਵਾਈ ਤੋਰੋ। ਇਸ ਤਰੀਕੇ ਦੀਆਂ ਖਬਰਾਂ ਹੁੰਦੇ, ਕਿੰਨੀਆਂ ਖਬਰਾਂ ਬਣ ਰਹੀਆਂ ਨੇ ਜਿੰਨੀ ਦੇਰ ਤੋਂ ਕੁਝ ਘੰਟੇ ਪਹਿਲਾਂ ਇਹ ਜਾਣਕਾਰੀ ਮਿਲਦੀ ਹੈ। ਸੋ ਲੁੱਕਆਊਟ ਸਰਕੂਲਰ ਦਾ ਮਤਲਬ ਤਾਂ ਸਿਰਫ ਤੁਸੀਂ ਇਮੀਗ੍ਰੇਸ਼ਨ ਤੇ ਏਅਰਪੋਰਟਾਂ ਨੂੰ ਚੌਕਸ ਕੀਤਾ ਹੈ, ਕੋਈ ਭਗੌੜਾ ਕ੍ਰਿਮੀਨਲ ਨਹੀਂ ਹੈ। ਉਹ ਪੰਜਾਬ ਦਾ ਸਾਬਕਾ ਮੁੱਖ ਮੰਤਰੀ ਹੈ, ਆਪਣੇ ਘਰੇ ਬੈਠਾ ਹੈ ਤੇ ਜਿੱਥੇ ਵੀ ਬੈਠਾ ਤੁਹਾਡੀਆਂ ਏਜੰਸੀ ਜਾ ਕੇ ਉਹਨਾਂ ਨੂੰ ਫੜ ਕੇ ਪੁੱਛਗਿੱਛ ਲਈ ਬੁਲਾ ਵੀ ਸਕਦੀਆਂ, ਸ਼ਾਮਲੇ ਤਫਤੀਸ਼ ਕਰਾ ਸਕਦੀਆਂ ਨੇ। ਉਹ ਸਾਰੀ ਚੀਜ਼ਾਂ ਕਰਨ ਦੀ ਬਜਾਏ ਤੁਸੀਂ ਸਿੱਧਾ ਜਦੋਂ ਲੁੱਕਆਊਟ ਨੋਟਿਸ ਬੇਸਿਕਲੀ ਕ੍ਰਿਮੀਨਲਸ ਦੇ ਜਾਰੀ ਹੁੰਦੇ ਨੇ, ਭਗੌੜੇ ਲੋਕਾਂ ਦੇ ਲੁੱਕਆਊਟ ਨੋਟਿਸ ਜਾਰੀ ਹੁੰਦੇ ਨੇ। ਪਬਲਿਕ ਡੋਮੇਨ ਦੇ ਵਿੱਚ ਜਿਹੜਾ ਬੰਦਾ ਬੈਠਾ ਵਿਚਰ ਰਿਹਾ ਉਹਦਾ ਲੁੱਕਆਊਟ ਨੋਟਿਸ ਜਾਰੀ ਹੁੰਦਾ ਹੈ। ਥੋੜਾ ਹੈਰਾਨ ਕਰ ਦੇਣ ਵਾਲਾ ਹੈ, ਲੇਕਿਨ ਹੋ ਸਕਦਾ ਹੈ ਇਸ ਜੀ ਕੋਈ ਇਨਪੁਟ ਹੋਵੇ ਕਿ ਚਰਨਜੀਤ ਚੰਨੀ ਦੇਸ਼ ਛੱਡ ਕੇ ਭੱਜਣਾ ਚਾਹ ਰਹੇ ਨੇ, ਜੋ ਕਿ ਉਹਨਾਂ ਦੇ ਮੁਤਾਬਕ ਤਾਂ ਅਜਿਹੀ ਗੱਲਬਾਤ ਨਹੀਂ ਹੈ। ਜੀ, ਤਾਂ ਜਿਸ ਤਰ੍ਹਾਂ ਚਰਨਜੀਤ ਚੰਨੀ ਨੇ ਉਹ ਬਿਆਨ ਸੁਣਨ ਤੋਂ ਬਾਅਦ 9 ਮਾਰਚ ਨੂੰ ਹੀ ਆਪਣਾ ਵੀਡੀਓ ਕੱਢ ਦਿੱਤਾ, ਤਾਂ ਕੀ ਉਹ ਇੱਕ ਸਟੈਪ ਅੱਗੇ ਰਹੇ ਤਾਂ ਕਿ ਉਹਨਾਂ ਦੇ ਖਿਲਾਫ ਜਿਹੜਾ ਆਲਰੇਡੀ ਇੱਕ ਨੈਗੇਟਿਵ ਪ੍ਰਚਾਰ ਉਹਨੂੰ ਪਤਾ ਲੱਗ ਗਿਆ ਸੀ ਵੀ ਹੋਊਗਾ ਜੇ ਲੁੱਕਆਊਟ ਸਰਕੂਲਰ ਜਾਂਦਾ ਹੈ, ਜਾਂ ਉਸ ਤੋਂ ਪਹਿਲਾਂ ਹੀ ਉਹਨਾਂ ਨੇ ਆਪਣੀ ਵੀਡੀਓ ਪੇਸ਼ ਕਰ ਦਿੱਤੀ? ਪੋਲੀਟੀਕਲੀ ਸਕੋਰ ਕੀ ਚਰਨਜੀਤ ਚੰਨੀ ਜ਼ਿਆਦਾ ਅੱਗੇ ਰਹੇ? ਉਹਨਾਂ ਨੇ ਕਹਿਤਾ ਵੀ ਮੈਂ ਤਾਂ ਭੱਜੂਗਾ ਨਹੀਂ, ਮੈਂ ਫੇਸ ਕਰੂੰਗਾ, ਇਹ ਕਹਿ ਕੇ? ਦੇਖੋ ਐਸੀ ਗੱਲ ਹੈ ਜੀ ਕਿ ਚਰਨਜੀਤ ਚੰਨੀ ਦੇ ਖਿਲਾਫ ਇਲਜ਼ਾਮ ਕੀ ਨੇ, ਉਹਨਾਂ ਦੇ ਖਿਲਾਫ ਪੜਤਾਲ ਕੀ ਚੱਲ ਰਹੀ ਹੈ ਤੇ ਉਹਦੀ ਗਹਿਰਾਈ ਜਾਂ ਉਹਦੇ ਸੰਬੰਧ ਦੇ ਵਿੱਚ ਕਿੰਨੇ ਕੁ ਸਬੂਤ ਇਕੱਠੇ ਨੇ, ਇਹ ਬੜਾ ਵੱਡਾ ਕੁਐਸਚਨ ਹੈ। ਤੇ ਕੀ ਜੇ ਸਬੂਤ ਪਹਿਲਾਂ, ਕਿਉਂਕਿ ਕਈ ਮਹੀਨਿਆਂ ਤੋਂ ਇਨਵੈਸਟੀਗੇਸ਼ਨ ਚੱਲ ਰਹੀ ਹੈ, ਇਹੀ ਜਿਹੜੇ ਮੈਂ 2-3 ਕੇਸਿਸ ਦੱਸੇ, ਇਹਨਾਂ ਦੀ ਇਨਵੈਸਟੀਗੇਸ਼ਨ ਦੀ ਚਰਚਾ ਅੱਜ ਤੋਂ ਤਕਰੀਬਨ 4-5 ਮਹੀਨੇ ਪਹਿਲਾਂ ਸ਼ੁਰੂ ਹੋ ਚੁੱਕੀ ਸੀ। ਸੋ ਇੰਨੇ ਮਹੀਨਿਆਂ ਦੇ ਵਿੱਚ ਵਿਜੀਲੈਂਸ ਨੇ ਕੀ ਅਜਿਹਾ ਕੱਢ ਲਿਆ ਤੇ ਵਿਧਾਨ ਸਭਾ ਦੇ ਵਿੱਚ ਜਦੋਂ ਤਕਰੀਰਾਂ ਹੁੰਦੀਆਂ ਨੇ ਕਰਪਸ਼ਨ ਦੇ ਉੱਤੇ, ਤਲਖੀ ਜਿਹੜੀ ਜਦ ਵੱਧਦੀ ਹੈ, ਇੱਕ ਪ੍ਰੈਸਟੀਜ ਦਾ ਇਸ਼ੂ ਵੀ ਬਣ ਜਾਂਦਾ ਸਰਕਾਰ ਲਈ ਵੀ। ਹੁਣ ਜੇ ਮੁੱਖ ਮੰਤਰੀ ਐਡੀ ਇੱਕ ਠੋਕ ਕੇ ਕਹਿ ਰਹੇ ਹੈਗੇ ਨੇ ਵਿਧਾਨ ਸਭਾ ਦੇ ਵਿੱਚ ਵੀ ਅਸੀਂ ਤੁਹਾਨੂੰ ਅੰਦਰ ਕਰਾਂਗੇ, ਬੰਦਿਆਂ ਨੂੰ ਤੁਹਾਡੇ ਖਿਲਾਫ ਭ੍ਰਿਸ਼ਟਾਚਾਰ ਦੇ ਮਾਮਲਿਆਂ ਦੇ ਵਿੱਚ ਕਾਰਵਾਈ ਹੋਏਗੀ, ਤਾਂ ਫਿਰ ਉਹਨਾਂ ਨੂੰ ਜ਼ਮੀਨ ਦੇ ਉੱਤੇ ਉਹ ਕਰਨਾ ਪੈਣਾ ਹੈ। ਅਜੇ ਤੱਕ ਦੀ ਜਿਹੜੀ ਸਥਿਤੀ ਹੈ, ਕਿਉਂਕਿ ਪ੍ਰਤਾਪ ਬਾਜਵਾ ਨੇ ਜਦੋਂ ਇਹ ਵਿਧਾਨ ਸਭਾ ਦੇ ਵਿੱਚ ਮੁੱਖ ਮੰਤਰੀ ਨੂੰ ਕਾਊਂਟਰ ਕੀਤਾ, ਉਹਨਾਂ ਨੇ ਕਈ ਰੈਲੇਵੈਂਟ ਸਵਾਲ ਚੁੱਕੇ। ਉਹਨਾਂ ਨੇ ਫੌਜਾ ਸਿੰਘ ਸਰਾਰੀ ਬਾਰੇ ਗੱਲ ਕੀਤੀ ਜੋ ਕਿ ਸ਼ੋਰ ਸ਼ਰਾਬੇ ਦੇ ਵਿੱਚ ਦਬ ਕੇ ਰਹਿ ਗਈ। ਉਸ ਉੱਤੇ ਸਰਕਾਰ ਕੋਲ ਕੋਈ ਸਪਸ਼ਟ ਜਵਾਬ ਨਹੀਂ ਹੈ।
ਜਿਹੜਾ ਉਹਨਾਂ ਨੇ ਸਵਾਲ ਜਿਹੜੇ ਵਿਧਾਇਕ ਹੁਣ ਰੀਸੈਂਟਲੀ ਅਮਨ ਫੜੇ ਗਏ ਹੈਗੇ ਨੇ, ਸੋ ਉਸ ਵਿਧਾਇਕ ਦੇ ਸੰਦਰਭ ਦੇ ਵਿੱਚ ਜਿਸਨੂੰ ਬਾਅਦ ਦੇ ਵਿੱਚ ਕੇਸ ਦੇ ਵਿੱਚ ਨਾਮਜ਼ਦ ਕੀਤਾ ਗਿਆ, ਲੇਕਿਨ ਕਈ ਦਿਨ ਇਹ ਜਿਹੜੇ ਵਿਧਾਇਕ ਸੀਗੇ ਜੋ ਕਿ ਰਿਸ਼ਵਤ ਇਹਨਾਂ ਦਾ ਕਰਿੰਦਾ ਲੈ ਰਿਹਾ ਸੀ, ਉਹਨਾਂ ਦੇ ਖਿਲਾਫ ਕੋਈ ਕਾਰਵਾਈ ਨਹੀਂ ਹੋਈ। ਸੋ ਇਹ ਚੀਜ਼ਾਂ ਦੇ ਉੱਤੇ ਮੁੱਖ ਮੰਤਰੀ ਦੀ ਗੱਲਬਾਤ ਜਾਂ ਉਹਨਾਂ ਦੀ ਜਿਹੜੀ ਬਾਡੀ ਲੈਂਗੁਏਜ ਸੀ ਐਡੀ ਐਗਰੈਸਿਵ ਤਾਂ ਬਹੁਤ ਹੋ ਰਹੀ ਸੀ, ਜਿਹਨੂੰ ਕਹਿੰਦੇ ਨਾ ਹਿਸਟ੍ਰੋਨਿਕ, ਸਰੀਰ ਦੇ ਹੱਥ ਹਾਵ ਭਾਵ ਦਾ ਇਸਤੇਮਾਲ ਕਰਕੇ ਤੁਸੀਂ ਹਾਵੀ ਹੋਣ ਦੀ ਕੋਸ਼ਿਸ਼ ਕਰ ਰਹੇ ਹੋ, ਲੇਕਿਨ ਉਹਨਾਂ ਕੋਲ ਇਹ ਦੋਵੇਂ ਚੀਜ਼ਾਂ ਦੇ ਜਵਾਬ ਨਹੀਂ ਸੀ ਵੀ ਤੁਸੀਂ ਕਿਹੜੇ ਹਾਲਾਤਾਂ ਦੇ ਵਿੱਚ ਜਿਹੜਾ ਤੁਹਾਡਾ ਵਿਧਾਇਕ ਸੀ ਉਸਨੂੰ ਇੰਨੇ ਦਿਨ ਤੱਕ ਬਚਾਉਣ ਦੀ ਕੋਸ਼ਿਸ਼ ਕੀਤੀ, ਜਦੋਂ ਕਿ ਉਸ ਵਕਤ ਹੀ ਖਬਰਾਂ ਆ ਚੁੱਕੀਆਂ ਸੀ ਤੁਹਾਡੇ ਸਰਕਾਰੀ ਪੇਜ ਦੇ ਉੱਤੋਂ ਜਸਟੀਫਿਕੇਸ਼ਨ ਗਵਰਨਮੈਂਟ ਆਫ ਪੰਜਾਬ ਨੇ ਦਿੱਤੀ ਕਿ ਜੀ ਆਮ ਆਦਮੀ ਪਾਰਟੀ ਦੇ ਵਿਧਾਇਕ ਦੀ ਜਿਹੜੀ ਗ੍ਰਿਫਤਾਰੀ ਦੀ ਭ੍ਰਿਸ਼ਟਾਚਾਰ ਦੇ ਮਾਮਲੇ 'ਚ ਰਿਸ਼ਵਤ ਲੈਂਦਿਆਂ ਉਹਦੇ ਕਰਿੰਦੇ ਦੇ ਨਾਲ ਗ੍ਰਿਫਤਾਰੀ ਦੀ ਖਬਰਾਂ ਝੂਠੀਆਂ ਨੇ। ਸੋ ਉਹ ਸਾਰੀਆਂ ਗੱਲਾਂ ਕਰਕੇ ਆਪਣੇ ਜਿਹੜੇ ਵਿਧਾਇਕ ਨੂੰ ਇੰਨੇ ਦਿਨ ਤੱਕ ਤੁਸੀਂ ਬਚਾ ਕੇ ਰੱਖਿਆ। ਫੌਜਾ ਸਿੰਘ ਫਰਾਰੀ ਨੂੰ ਇੰਨੇ ਮਹੀਨੇ ਤੱਕ ਉਹਨਾਂ ਦੇ ਉੱਤੇ ਵੀ ਜਿਹੜੇ ਇਲਜ਼ਾਮ ਲੱਗੇ ਹੈਗੇ ਨੇ ਉਹ ਗੰਭੀਰ ਇਲਜ਼ਾਮ ਸਨ, ਲੇਕਿਨ ਉਹਨਾਂ ਦੇ ਖਿਲਾਫ ਉਹਨਾਂ ਨੂੰ ਕੈਬਨਿਟ ਚੋਂ ਬਾਹਰ ਕਰਤਾ ਗਿਆ, ਲੇਕਿਨ ਕਾਰਵਾਈ ਕੋਈ ਨਹੀਂ ਹੋਈ। ਵਿਜੇ ਸਿੰਗਲਾ ਦਾ ਜਿਹੜਾ ਕੇਸ ਹੈਗਾ ਉਹ ਕਿੱਥੇ ਖੜਦਾ ਹੈਗਾ? ਵਿਜੇ ਸਿੰਗਲਾ ਦੇ ਖਿਲਾਫ ਬੜੇ ਵੱਡੇ ਮਤਲਬ ਦਾਅਵਾ ਕੀਤਾ ਸੀ ਮੁੱਖ ਮੰਤਰੀ ਨੇ ਕਿ ਮੇਰੇ ਕੋਲ ਸਬੂਤ ਹੈਗੇ ਨੇ, ਵਿਜੇ ਸਿੰਗਲਾ ਨੇ ਮੰਨਿਆ, ਤੇ ਬਾਅਦ ਦੇ ਵਿੱਚ ਅੱਜ ਵਿਜੇ ਸਿੰਗਲਾ ਤੁਸੀਂ ਦੇਖ ਹੀ ਰਹੇ ਹੋ ਕਿ ਵਿਧਾਨ ਸਭਾ ਦੇ ਵਿੱਚ ਬੈਠੇ ਨੇ, ਨਾ ਪਾਰਟੀ 'ਚ ਉਹਨਾਂ ਨੂੰ ਕੱਢਿਆ ਗਿਆ, ਨਾ ਉਹਨਾਂ ਦੀ ਵਿਧਾਇਕੀ ਦੇ ਬਾਬਤ ਕੋਈ ਫੈਸਲਾ ਲਿਆ ਗਿਆ, ਨਾ ਪਾਰਟੀ 'ਚੋਂ ਉਹਨਾਂ ਨੂੰ ਕੀਤਾ ਗਿਆ, ਅਦਾਲਤਾਂ 'ਚ ਉਹਨਾਂ ਨੂੰ ਬੇਲਾਂ ਬਹੁਤ ਸੌਖੀਆਂ ਮਿਲ ਗਈਆਂ। ਸੋ ਜਿੰਨੇ ਵੀ ਭ੍ਰਿਸ਼ਟਾਚਾਰ ਦੇ ਆਪਣੇ ਮੰਤਰੀਆਂ ਜਾਂ ਵਿਧਾਇਕਾਂ ਦੇ ਖਿਲਾਫ ਕੇਸ ਸ਼ੁਰੂ ਕੀਤੇ ਗਏ, ਜਿਨ੍ਹਾਂ ਨੂੰ ਬਹੁਤ ਹਾਈ ਪ੍ਰੋਫਾਈਲ ਕੇਸ ਦੱਸਿਆ ਗਿਆ, 2 ਦੇ ਵਿੱਚ ਤਾਂ ਕਾਰਵਾਈ ਨਹੀਂ ਹੋਈ, ਅਣਮਣੇ ਢੰਗ ਨਾਲ ਕੀਤੀ, ਤੇ ਜਿਹੜੇ 1 ਦੇ ਵਿੱਚ ਕਾਰਵਾਈ ਕੀਤੀ ਉਹ ਵੀ ਅੱਧੀ ਬਚੱਦੀ ਸੀ। ਸੋ ਸਾਫ਼ ਨਜ਼ਰ ਆ ਰਿਹਾ ਕਿ ਭ੍ਰਿਸ਼ਟਾਚਾਰ ਦੇ ਪੈਮਾਨੇ ਹੋਰਾਂ ਲਈ ਕੁਝ ਹੋਰ ਨੇ ਤੇ ਆਪਣੇ ਲਈ ਕੁਝ ਹੋਰ ਨੇ। ਬਹਿਰਹਾਲ ਚਰਨਜੀਤ ਚੰਨੀ ਦੇ ਸਮਿਆਂ ਦੇ ਵਿੱਚ ਗੜਬੜਾਂ ਹੋਈਆਂ ਹੋ ਸਕਦੀਆਂ ਨੇ, ਇਹਦੇ ਵਿੱਚ ਵੀ ਕੋਈ ਦੋਰਾਵਾ ਨਹੀਂ। ਸੋ ਜੇ ਗੱਲ ਨੂੰ ਛੁਪਾਉਣ ਵਾਸਤੇ ਉਹ ਚਰਨਜੀਤ ਚੰਨੀ ਜਾਂ ਬਾਰੀ-ਬਾਰੀ ਕਾਂਗਰਸੀ ਲੀਡਰਾਂ ਜਿਵੇਂ ਤੁਸੀਂ ਕਹਿ ਰਹੇ ਹੋ ਵੀ ਉਹਨਾਂ ਦੇ ਨਾਮ ਵੀ ਉਹਨਾਂ ਤੇ ਨੈਰੇਟਿਵ ਰਹੇ, ਸਾਡੀ ਪਾਰਟੀ ਦੀ ਕਮੀਆਂ ਜਾਂ ਸਾਡੇ ਵਿਧਾਇਕਾਂ ਦੇ ਉੱਤੇ ਜ਼ਿਆਦਾ ਲਾਈਮਲਾਈਟ ਨਾ ਆਵੇ, ਪੋਸੀਬਲ ਲੇਕਿਨ ਵੱਡਾ ਸਵਾਲ ਇਸ ਵਕਤ ਦੇਖੋ ਨੈਤਿਕਤਾ ਦਾ ਹੈ। ਤੇ ਗੱਲ ਤਾਂ ਹੈਗੀ ਵੀ ਜਿਹਨੇ ਵੀ ਪੰਜਾਬ ਦੇ ਖਜ਼ਾਨੇ ਨੂੰ ਖੋਰਾ ਲਾਇਆ, ਜਿਹਨੇ ਵੀ ਕਰਪਸ਼ਨ ਕੀਤੀ ਹੈ, ਉਹਨੂੰ ਪੁੱਛਗਿੱਛ ਹੋਣੀ ਚਾਹੀਦੀ ਹੈ। ਉਹ ਤੋਂ ਚਰਨਜੀਤ ਚੰਨੀ ਨੂੰ ਕੋਈ ਐਡਵਾਂਟੇਜ ਨਹੀਂ ਮਿਲ ਜਾਂਦਾ। ਹਾਲਾਂਕਿ ਇਸ ਨੂੰ ਆਪਾਂ ਦੂਸਰੇ ਨਜ਼ਰੀਏ ਨਾਲ ਦੇਖੀਏ ਕਿ ਜਿਵੇਂ ਦਿੱਲੀ ਦੇ ਵਿੱਚ ਮਨੀਸ਼ ਸਿਸੋਦੀਆ ਦੇ ਖਿਲਾਫ ਕਾਰਵਾਈ ਹੋਈ ਹੈ, ਹੁਣ ਕੱਲ੍ਹ ਹੀ ਉਹਨਾਂ ਦੀ 14 ਦਿਨ ਦੀ ਜਿਹੜੀ ਈਡੀ ਦੀ ਰਿਮਾਂਡ ਵੀ ਦਿੱਤੀ ਗਈ ਹੈ। ਸੋ ਉਸ ਕੇਸ ਦੇ ਵਿੱਚ ਉਸਨੂੰ ਸਿਆਸੀ ਬਦਲਾਖੋਰੀ ਕਿਹਾ ਜਾਂਦਾ ਹੈ। ਤੇ ਜਦੋਂ ਕਾਂਗਰਸ ਦੇ ਲੀਡਰਾਂ ਦੇ ਖਿਲਾਫ ਕਾਰਵਾਈ ਹੋਈ, ਇੰਨੇ ਮੰਤਰੀ ਅੰਦਰ ਕਰਤੇ ਗਏ ਜੇਲ੍ਹਾਂ ਦੇ ਵਿੱਚ, ਤਾਂ ਠੀਕ ਹੈ। ਜੇ ਸਾਧੂ ਸਿੰਘ ਧਰਮਸੋਤ ਨੇ ਕੁਝ ਕੀਤਾ, ਜੇ ਭਾਰਤ ਭੂਸ਼ਣ ਆਸ਼ੂ ਦੇ ਖਿਲਾਫ ਕੋਈ ਗੱਲਬਾਤ ਨਿਕਲੀ ਤਾਂ ਉਹਨਾਂ ਨੂੰ ਜੇਲ੍ਹ ਜਾਣਾ ਪਿਆ, ਤਾਂ ਉਹਨਾਂ ਦੇ ਖਿਲਾਫ ਤੁਸੀਂ ਅਦਾਲਤਾਂ ਦੇ ਵਿੱਚ ਦੋਸ਼ ਸਾਬਤ ਕਰੋਗੇ, ਤੁਹਾਡੀ ਵਿਜੀਲੈਂਸ ਕੋਲ ਐਡੇ ਸਬੂਤ ਹੈਗੇ ਨੇ। ਸੋ ਉਸੇ ਤਰੀਕੇ ਦੇ ਨਾਲ ਚਰਨਜੀਤ ਚੰਨੀ ਦੇ ਖਿਲਾਫ ਵੀ ਕਾਰਵਾਈ ਹੋਣੀ ਚਾਹੀਦੀ ਹੈ ਜੀ। ਦੇਖੋ ਤੁਸੀਂ ਮੰਨੋ ਕਿ ਇਨਫੋਰਸਮੈਂਟ ਡਾਇਰੈਕਟੋਰੇਟ ਦਾ ਇੱਕ ਐਡਾ ਵੱਡਾ ਕੇਸ ਸੀ, ਚਰਨਜੀਤ ਸਿੰਘ ਚੰਨੀ ਦਾ ਜਿਹੜਾ ਭਾਣਜਾ ਸੀ ਉਸਨੂੰ ਗ੍ਰਿਫਤਾਰ ਕੀਤਾ ਗਿਆ, ਤਾਂ ਕਈ ਮਹੀਨੇ ਈਡੀ ਦੀ ਕਸਟਡੀ ਵਿੱਚ ਰਿਹਾ। ਲੱਖਾਂ ਰੁਪਇਆ ਉਸ ਕੋਲੋਂ ਬਰਾਮਦ ਹੋਇਆ ਸੀ, ਇਲੈਕਸ਼ਨ ਦੇ ਦੌਰਾਨ ਬਰਾਮਦ ਹੋਇਆ ਸੀ। ਉਹ ਮਨੀ ਟ੍ਰੇਲ ਨੂੰ ਕਿੱਥੇ ਲਿੰਕ ਕੀਤਾ ਜਾ ਸਕਿਆ? ਈਡੀ ਨੇ ਉਸਨੂੰ ਮਨੀ ਟ੍ਰੇਲ ਨੂੰ ਲਿੰਕ ਨਹੀਂ ਕੀਤਾ, ਜਾਂ ਉਹ ਕੇਸ ਅੱਗੇ ਕਿੱਥੇ ਖੜਾ? ਈਡੀ ਆਪਣੇ ਲੈਵਲ ਤੇ ਕੰਮ ਕਰ ਰਿਹਾ, ਤੇ ਉਹਨਾਂ ਦਾ ਅਧਿਕਾਰ ਖੇਤਰ ਬੜਾ ਲਿਮਿਟਿਡ ਹੁੰਦਾ ਹੈ। ਮਨੀ ਲਾਂਡਰਿੰਗ ਦੇ ਜਿਹੜੇ ਧਾਰਾਵਾਂ ਦੇ ਤਹਿਤ ਹੀ ਉਹਨਾਂ ਨੇ ਇਨਵੈਸਟੀਗੇਸ਼ਨ ਕਰਨੀ ਹੁੰਦੀ ਹੈ। ਪ੍ਰੀਵੈਂਸ਼ਨ ਆਫ ਕਰਪਸ਼ਨ ਦਾ ਜਿਹੜਾ ਮਾਮਲਾ ਹੈ, ਹੁਣ ਜੇ ਉਹ 20 ਲੱਖ ਰੁਪਏ ਦੀ ਜਿਹੜੀ ਮਨੀ ਟ੍ਰੇਲ ਤੋਂ ਕਿਸੇ ਤਰੀਕੇ ਦੇ ਨਾਲ ਚਰਨਜੀਤ ਚੰਨੀ ਦੇ ਨਾਲ ਜੋੜਨੀ ਹੋਵੇ, ਤਾਂ ਤੁਹਾਨੂੰ ਇੱਕ ਅਲੱਗ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ ਦਾ ਮੁਕੱਦਮਾ ਦਰਜ ਕਰਕੇ ਉਸ ਨੂੰ ਲਿੰਕ ਕਰਨਾ ਪਏਗਾ। ਸੋ ਅੱਜ ਤੱਕ ਉਹਨਾਂ ਕੇਸਾਂ ਦੇ ਵਿੱਚ ਹੁਣ ਤਾਂ 1 ਸਾਲ ਹੋ ਚੁੱਕਾ ਹੈ, ਪੂਰਾ ਆਪਾਂ 1 ਸਾਲ ਪਹਿਲਾਂ ਨਤੀਜੇ ਆਏ ਸੀ ਪੰਜਾਬ ਦੇ, ਤੇ ਭਗਵੰਤ ਮਾਨ ਦੀ ਸਰਕਾਰ ਬਣੀ ਸੀ। ਸੋ 1 ਸਾਲ ਬੀਤਣ ਦੇ ਬਾਅਦ ਵੀ ਜੇ ਉਹ ਕੇਸਾਂ ਦੇ ਵਿੱਚ ਹਜੇ ਸਿਰਫ ਗੱਲਾਂ ਬਿਆਨਾਂ ਤੱਕ ਜਾਂ ਸਰਕੂਲਰ ਨੋਟਿਸਿਸ ਤੱਕ ਹੈਗੀ ਹੈ, ਅਜੇ ਤੱਕ ਇੰਨੀ ਕਨਵਿਕਸ਼ਨ ਨਹੀਂ ਹੈ ਕਿ ਵਿਜੀਲੈਂਸ ਬਿਊਰੋ ਚਰਨਜੀਤ ਚੰਨੀ ਨੂੰ ਸੱਦੇ ਆਪਣੇ ਦਫ਼ਤਰ ਦੇ ਵਿੱਚ ਤੇ ਉਹਨਾਂ ਤੋਂ ਪੁੱਛਗਿੱਛ ਕੀਤੀ ਜਾਵੇ, ਜਿਵੇਂ ਹੋਰ ਬਥੇਰੇ ਮੰਤਰੀਆਂ ਸੰਤਰੀਆਂ ਤੋਂ ਜਾਂ ਅਧਿਕਾਰੀਆਂ ਤੋਂ ਪੁੱਛਿਆ ਜਾਂਦਾ ਹੈ। ਸੋ ਉਹ ਲੈਵਲ ਨਹੀਂ ਆਇਆ, ਲੇਕਿਨ ਲੁਕਆਊਟ ਸਰਕੂਲਰ ਜਾਰੀ ਹੋਇਆ। ਸੋ ਬਾਰ-ਬਾਰ ਇੱਕ ਇੰਪ੍ਰੈਸ਼ਨ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਜਿਸ ਵਿੱਚ ਕਿ ਕਾਮਯਾਬ ਨਹੀਂ ਹੋ ਰਹੀ ਹੈ ਸਰਕਾਰ। ਹੁਣ ਹਰ ਵਾਰ ਚੰਨੀ ਪਹਿਲਾਂ ਜਦੋਂ ਵਿਦੇਸ਼ ਚਲੇ ਗਏ ਤਾਂ ਇੰਜ ਲੱਗਿਆ ਕਿ ਚੰਨੀ ਹੁਣ ਨਹੀਂ ਮੁੜਨਗੇ ਵਿਧਾਨ ਸਭਾ ਦੇ। ਤੁਸੀਂ ਸੋਚੋ ਵੀ ਸਦਨ ਦੇ ਵਿੱਚ ਖੜਾ ਹੋ ਕੇ ਮੁੱਖ ਮੰਤਰੀ ਇਸ ਤਰੀਕੇ ਦੇ ਐਸਪਰਸ਼ਨਸ ਕਾਸਟ ਕਰ ਰਿਹਾ ਸੀ ਚਰਨਜੀਤ ਚੰਨੀ ਉੱਤੇ, ਤੇ ਬਾਅਦ ਵਿੱਚ ਨਿਕਲਿਆ ਕਿ ਚਰਨਜੀਤ ਚੰਨੀ ਆ ਜਾਂਦੇ ਨੇ, ਮਹੀਨਿਆਂ ਪੰਜਾਬ ਦੇ ਵਿੱਚ ਵਿਚਰਦੇ ਨੇ, ਤੇ ਤੁਸੀਂ ਉਹਨਾਂ ਦਾ ਕੀ ਕਰ ਲਿਆ? ਤੇ ਹੁਣ ਤੁਸੀਂ ਜਦੋਂ ਇੰਨੇ ਮਹੀਨੇ ਰਹਿਣ ਤੋਂ ਬਾਅਦ ਉਹ ਅਗਲਾ ਅਮਰੀਕਾ ਦੇ ਵਿੱਚ ਕੋਈ ਫੰਕਸ਼ਨ ਅਟੈਂਡ ਕਰਨ ਜਾਣਾ ਚਾਹ ਰਿਹਾ, ਤੇ ਤੁਸੀਂ ਉਹਨਾਂ ਦੇ ਖਿਲਾਫ ਹੁਣ ਲੁਕਆਊਟ ਸਰਕੂਲਰ ਨੋਟਿਸ ਕਰ ਰਹੇ ਹੋ, ਸਿੱਧਾ ਜਾ ਕੇ ਗ੍ਰਿਫਤਾਰ ਕਰੋ। ਗ੍ਰਿਫਤਾਰੀ ਹੋਣੀ ਚਾਹੀਦੀ ਹੈ, ਲੁਕਆਊਟ ਸਰਕੂਲਰ ਦੀ ਕੀ ਲੋੜ ਹੈਗੀ ਹੈ? ਇੱਕ ਬੰਦੇ ਨੂੰ ਕਹਿੰਦੇ ਕ੍ਰਿਮੀਨਲਾਈਜ਼ ਕਰਕੇ ਦਿਖਾਉਣ ਦੀ, ਮਤਲਬ ਇਹ ਮੈਨੂੰ ਥੋੜੀ ਜਿਹੀ ਹੈਰਾਨ ਕਰ ਦੇਣ ਵਾਲੀਆਂ ਗੱਲਾਂ ਲੱਗਦੀਆਂ ਨੇ।
ਬਾਕੀ ਜਿਹੜੇ ਹੋਰ ਕਈ ਕੇਸਾਂ ਦੇ ਵਿੱਚ ਜਿਹੜੀਆਂ ਕਾਰਵਾਈਆਂ ਵਿਜੀਲੈਂਸ ਦੀਆਂ ਹੋਈਆਂ ਨੇ, ਜਿਸ ਨੂੰ ਲੈ ਕੇ ਆਪਸ ਦੇ ਵਿੱਚ ਰੇੜਕਾ ਵੀ ਰਿਹਾ ਹੈ। ਈਵਨ ਅਫਸਰਸ਼ਾਹੀ ਦਾ ਵਿਜੀਲੈਂਸ ਬਿਊਰੋ ਦੀ ਕੰਮ ਕਰਨ ਦੀ ਪ੍ਰਣਾਲੀ ਦੇ ਨਾਲ ਇੱਕ ਟਕਰਾ ਰਿਹਾ ਹੈ, ਜਿਸ ਨੂੰ ਕਿ ਖੁਦ ਮੁੱਖ ਮੰਤਰੀ ਨੇ ਇੱਕ ਚੰਗੇ ਬਖੂਬੀ ਤਰੀਕੇ ਦੇ ਨਾਲ ਸੈਟਲ ਕੀਤਾ ਸੀ। ਸੋ ਉਹ ਸਾਰੀਆਂ ਗੱਲਾਂ ਬਾਤਾਂ ਨੇ। ਹੁਣ ਗੱਲਾਂ ਸਬੂਤਾਂ ਦੇ ਉੱਤੇ ਹੈਗੀਆਂ ਨੇ, ਐਵੀਡੈਂਸਿਸ ਦੇ ਉੱਤੇ। ਤੁਸੀਂ ਕੇਸ ਪੱਕੇ ਬਣਾਓ। ਹੁਣ ਗੱਲਾਂ ਬਾਤਾਂ ਬਹੁਤ ਹੋ ਗਈਆਂ। ਜਿਹੜੀਆਂ ਬਿਆਨਬਾਜ਼ੀਆਂ ਨੂਰਾ ਕੁਸ਼ਤੀ ਜਿਹੜੀ ਵਿਧਾਨ ਸਭਾ ਦੇ ਵਿੱਚ ਲੀਡਰ ਕਰਦੇ ਨਜ਼ਰ ਆ ਰਹੇ ਸੀ ਵੀ ਤੁਹਾਨੂੰ ਅੰਦਰ ਕਰ ਦਾਂਗੇ, ਤੁਹਾਨੂੰ ਅੰਦਰ ਕਰ ਦਾਂਗੇ, ਤੁਸੀਂ ਕਾਰਵਾਈਆਂ ਕਰੋ, ਅਦਾਲਤਾਂ ਦੇ ਵਿੱਚ ਸਾਬਤ ਕਰੋ। ਇਹ ਤਮਾਸ਼ਾ ਪੰਜਾਬ ਨੇ ਨਾ 15-20 ਸਾਲ ਪਹਿਲਾਂ ਖੂਬ ਦੇਖਿਆ। ਕੈਪਟਨ ਅਮਰਿੰਦਰ ਸਿੰਘ ਦੇ 2002 ਤੋਂ ਲੈ ਕੇ 2007 ਦੇ ਕਾਰਜਕਾਲ ਦੌਰਾਨ, ਉਸ ਵਕਤ ਤੁਸੀਂ ਪੱਤਰਕਾਰਿਤਾ ਵਿੱਚ ਨਹੀਂ ਸੀ, ਲੇਕਿਨ ਅਸੀਂ ਬਹੁਤ ਇਹ ਦਾਅ ਪੇਚ ਦੇਖੇ ਨੇ। ਵਿਜੀਲੈਂਸ ਬਿਊਰੋ ਨੂੰ ਕਿਵੇਂ ਵਰਤਿਆ ਗਿਆ, ਕਿਵੇਂ ਕੇਸ ਬਣਾਏ ਗਏ ਤੇ ਫਿਰ ਕਿਵੇਂ ਕੇਸ ਸਿੱਧੇ ਕੀਤੇ ਗਏ। ਸੋ ਇਹ ਸਾਰੀਆਂ ਗੱਲਾਂ ਬਾਤਾਂ ਸਿਰਫ ਸਿਆਸੀ ਜਿਹੜੇ ਮਨੋਰਥ ਹੁੰਦੇ ਨੇ ਨਾ, ਮੁਫਾਦ ਹੁੰਦੇ ਨੇ, ਉਹਨਾਂ ਸਮੇਂ ਦੀ ਵਕਤੀ ਜਿਹੜੀਆਂ ਲੋੜਾਂ ਹੁੰਦੀਆਂ ਨੇ, ਇੱਕ ਹਾਲਾਤ ਨੂੰ ਕੇਟਰ ਕਰਨ ਲਈ ਬਣਾਤੇ ਜਾਂਦੇ ਨੇ। ਬਾਅਦ 'ਚ ਅਦਾਲਤਾਂ ਦੇ ਵਿੱਚ ਇਹ ਕੇਸ ਕਿਵੇਂ ਗਿਰਦੇ ਹੈਗੇ ਨੇ, ਇਹਨਾਂ ਕੇਸਾਂ ਦਾ ਕੁਝ ਮਤਲਬ ਬਚਦਾ ਹੀ ਨਹੀਂ ਹੈਗਾ। ਅਧਿਕਾਰੀ ਕੰਪਰੋਮਾਈਜ਼ ਹੋ ਜਾਂਦੇ ਨੇ। ਸੋ ਉਹ ਕਸਲਵੱਟੀ ਉੱਤੇ ਅਜੇ ਲਿਆਂਦਾ ਨਹੀਂ ਗਿਆ। ਸੋ ਗੱਲਾਂ ਬਾਤਾਂ ਬਹੁਤ ਨੇ। ਬਹੁਤ ਸੇ ਨੌਜਵਾਨ ਵੀ ਇਸ ਪ੍ਰਸਾਰਣ ਨੂੰ ਵੇਖ ਰਹੇ ਹੋਣਗੇ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਪ੍ਰੀਵੈਂਸ਼ਨ ਆਫ ਕਰਪਸ਼ਨ ਐਕਟ PCA ਦੇ ਜਾਂ DA ਡਿਸਪ੍ਰੋਪੋਰਸ਼ਨੇਟ ਐਸੈਟਸ ਦੇ ਕੇਸ ਨਹੀਂ ਦੇਖੇ। ਅਸੀਂ ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਸਿੰਘ ਬਾਦਲ, ਕੈਪਟਨ ਅਮਰਿੰਦਰ ਸਿੰਘ ਵਰਗੇ ਲੀਡਰਾਂ ਦੇ ਖਿਲਾਫ ਵੀ ਇਹ ਮੁਕੱਦਮੇ ਦੇਖੇ ਨੇ, ਉਹਨਾਂ ਦੀ ਗ੍ਰਿਫਤਾਰੀਆਂ ਹੁੰਦੀਆਂ ਦੇਖੀਆਂ ਨੇ, ਉਹਨਾਂ ਨੂੰ ਜੇਲ੍ਹ ਦੇ ਵਿੱਚ ਜਾਂਦਾ ਹੋਇਆ ਵੇਖਿਆ ਤੇ ਬਾਅਦ ਦੇ ਵਿੱਚ ਅਦਾਲਤਾਂ ਦੇ ਵਿੱਚ ਉਹਨਾਂ ਕੇਸਾਂ ਨੂੰ ਗਿਰਦਿਆਂ ਹੋਇਆ ਵੇਖਿਆ। ਸੋ ਇਹ ਤਾਂ ਇੱਕ ਨਵੇਂ ਤਰੀਕੇ ਦੀ ਇੱਕ ਰਿਪੀਟ ਦਾ ਚੱਲਣਾ ਸ਼ੁਰੂ ਹੋ ਗਿਆ। ਜਿਹੜੇ ਲੋਕਾਂ ਨੂੰ ਜਾਣਕਾਰੀ ਨਹੀਂ, ਉਹ ਬੜੇ ਹੈਰਾਨ ਹੁੰਦੇ ਨੇ, ਉਹਨਾਂ ਨੂੰ ਲੱਗਦਾ ਵੀ ਬਹੁਤ ਵੱਖਰਾ ਕੰਮ ਹੋ ਰਿਹਾ, ਲੇਕਿਨ ਮੈਨੂੰ ਤਾਂ 20 ਸਾਲਾਂ ਬਾਅਦ ਇਤਿਹਾਸ ਰਿਪੀਟ ਕਰਦਾ ਹੋਇਆ ਨਜ਼ਰ ਆ ਰਿਹਾ ਇਸ ਵਕਤ। ਜੀ ਤੇ ਜੀ ਜਿਸ ਹਿਸਾਬ ਨਾਲ ਹਾਲਾਂਕਿ ਇਸ ਤਰ੍ਹਾਂ ਨਾਲ ਲੁੱਕਆਊਟ ਸਰਕੂਲਰ ਜਾਰੀ ਹੋ ਰਿਹਾ, ਜਾਂ ਹੋਰ ਵੀ ਜਿਹੜੇ MLA ਵਿਧਾਇਕ ਰਹਿ ਚੁੱਕੇ ਨੇ ਪਹਿਲਾਂ ਕਾਂਗਰਸ ਪਾਰਟੀ ਦੇ ਕੈਬਨਿਟ, ਜਿਹਨਾਂ ਵਜ਼ੀਰੀਆਂ ਹੰਢਾਈਆਂ ਨੇ, ਵਜ਼ੀਰ ਰਹਿ ਚੁੱਕੇ ਨੇ, ਉਹਨਾਂ ਉੱਤੇ ਇੱਕ ਤੋਂ ਬਾਅਦ ਇੱਕ ਗੱਲਾਂ ਸਾਹਮਣੇ ਆ ਰਹੀਆਂ, ਪ੍ਰਾਪਰਟੀ ਨੂੰ ਲੈ ਕੇ, ਕਿਸੇ ਦੀ ਕਰਪਸ਼ਨ ਨੂੰ ਲੈ ਕੇ। ਤਾਂ ਕਾਂਗਰਸ ਪਾਰਟੀ ਇਸ ਸਥਿਤੀ 'ਚੋਂ ਹੁਣ ਕਿੱਥੇ ਜਾਂਦੀ ਨਜ਼ਰ ਆ ਰਹੀ ਹੈ? ਉਹ ਪਾਰਟੀ ਪਹਿਲਾਂ ਹੀ ਆਪੋਜੀਸ਼ਨ 'ਚ ਤਾਂ ਹੈਗੀ ਹੈ, ਪਰ ਖੜਾ ਹੋਣ ਦੀ ਵੀ ਕੋਸ਼ਿਸ਼ ਕਰ ਰਹੀ ਹੈ ਪੰਜਾਬ 'ਚ ਫਿਰ ਤੋਂ। ਪਰ ਜਿਸ ਹਿਸਾਬ ਨਾਲ ਉਹਨਾਂ ਦੇ ਸਾਰੇ ਜਿਹੜੇ ਮੋਸਟ ਆਫ ਜਿਹੜੇ ਪ੍ਰੋਮਿਨੈਂਟ ਫੇਸਿਸ ਸੀ, ਉਹਨਾਂ ਉੱਤੇ ਕਰਪਸ਼ਨ ਚਾਰजेस ਲੱਗੇ। ਹਾਂ, ਹੋ ਗਿਆ, ਲੇਕਿਨ ਉਹਦੇ ਵਿੱਚ ਪੈਮਾਨੇ ਵੱਖਰੇ ਤੇ। ਭਰਤ ਭੂਸ਼ਣ ਆਸ਼ੂ ਦੀ ਜਿਹੜੀ ਨਾਟਕੀ ਤਰੀਕੇ ਦੇ ਨਾਲ ਗ੍ਰਿਫਤਾਰੀ ਹੋਈ, ਜਾਂ ਉਹਨਾਂ ਨੂੰ ਜਦੋਂ ਫੜਿਆ ਗਿਆ, ਤੇ ਉਸ ਤੋਂ ਪਹਿਲਾਂ ਕਿਵੇਂ ਜਿਹੜਾ ਪ੍ਰਧਾਨ ਸੀ ਕਾਂਗਰਸ ਦੇ ਅਮਰਿੰਦਰ ਸਿੰਘ ਰਾਜਾ ਵੜਿੰਗ, ਉਹ ਆਪਣੇ ਲੀਡਰ ਲੈ ਕੇ ਇਕੱਠੇ ਹੋ ਕੇ ਪਹੁੰਚ ਗਏ, ਠੀਕ ਹੈ ਨਾ, ਉਹ ਡਿਫੈਂਡ ਕਰਦੇ ਹੋਏ ਨਜ਼ਰ ਆਏ। ਸਾਧੂ ਸਿੰਘ ਧਰਮਸੋਤ ਦੇ ਮਾਮਲੇ ਦੇ ਵਿੱਚ ਉਸ ਤਰੀਕੇ ਦਾ ਵਿਰੋਧ ਨਹੀਂ ਹੋਇਆ। ਸੋ ਅਲੱਗ-ਅਲੱਗ ਪੈਮਾਨੇ ਹੈਗੇ ਨੇ। ਸੁੰਦਰ ਸ਼ਾਮ ਅਰੋੜਾ, ਤੁਸੀਂ ਸੁੰਦਰ ਸ਼ਾਮ ਅਰੋੜਾ ਨੂੰ ਤਾਂ ਰੰਗੇ ਹੱਥੀ ਰਿਸ਼ਵਤ ਲੈਂਦੇ ਫੜ ਲਿਆ। ਸੋ ਕਾਂਗਰਸ ਦੀ ਵੀ ਕਹਿੰਦੇ ਵੀ ਕੋਰਟ ਕਿਰਲੀ ਗਲੇ ਦੇ ਵਿੱਚ ਨਾ ਅੰਦਰ ਜਾਵੇ ਨਾ ਬਾਹਰ ਜਾਵੇ, ਉਹ ਸਥਿਤੀ ਆਈ ਹੋਈ ਹੈ ਕਿ ਕੁਝ ਕੇਸਾਂ, ਕੁਝ ਮੰਤਰੀਆਂ ਨੂੰ ਤਾਂ ਡਿਫੈਂਡ ਕਰਕੇ ਕਹਿ ਦਿੰਦੇ ਨੇ ਕਿ ਜੀ ਇਹ ਤਾਂ ਬਦਲੇਖੋਰੀ ਦੇ ਕੇਸ ਨੇ, ਲੇਕਿਨ ਜਿੱਥੇ ਤੁਹਾਡੇ ਜਿਹੜੇ ਮੰਤਰੀ ਅਫਸਰਾਂ ਨੂੰ ਰਿਸ਼ਵਤ ਦੇ ਰਹੀ, 50 ਲੱਖ ਰੁਪਏ ਦੀ ਰਿਸ਼ਵਤ ਵਿਜੀਲੈਂਸ ਬਿਊਰੋ ਦੇ AIG ਨੂੰ ਦੇ ਰਿਹਾ ਸੀਗੇ ਸੁੰਦਰ ਸ਼ਾਮ ਅਰੋੜਾ ਸਾਹਿਬ, ਉਸ ਕੇਸ ਦੇ ਵਿੱਚ ਰੰਗੇ ਹੱਥੀ ਫੜੇ ਗਏ। ਫਿਰ ਬਾਅਦ ਦੇ ਵਿੱਚ ਜਦੋਂ ਉਹਨਾਂ ਨੇ ਮਹਿਲਾਂ ਦੀ ਪੈਮਾਇਸ਼ ਹੋਈ, ਉਸ ਦੇ ਵਿੱਚ ਹੋਰ ਚੀਜ਼ਾਂ ਨਿਕਲੀਆਂ। ਸੋ ਦੇਖੋ, ਕਰਪਸ਼ਨ ਤਾਂ ਹੁੰਦੀ ਰਹੀ ਹੈ। ਇਹ ਲੀਡਰਾਂ ਨੇ ਕਰਪਸ਼ਨ ਕੀਤੀ ਹੈ, ਮਤਲਬ ਇਹ ਚੀਜ਼ ਨੂੰ ਸਾਬਤ ਕਰਨਾ ਵੱਡੀ ਗੱਲ ਹੈ। ਹੁਣ ਸਰਕਾਰਾਂ ਦੀ ਜ਼ਿੰਮੇਵਾਰੀ ਇਹ ਨਹੀਂ ਹੈ। ਆਮ ਤੁਸੀਂ ਸੜਕ ਤੇ ਜਾਂਦੇ ਕਿਸੇ ਰਾਹ ਤੁਰਦੇ ਬੰਦੇ ਨੂੰ ਪੁੱਛ ਲਓ ਤੇ ਲੋਕ ਤੁਹਾਨੂੰ ਸਾਰਾ ਦੱਸ ਦੇਣਗੇ। ਤੇ ਤੁਸੀਂ ਉਹਨਾਂ ਮਹਿਕਮਿਆਂ ਦੇ ਨਾਲ ਜੁੜੇ ਹੋਏ ਠੇਕੇਦਾਰਾਂ ਤੋਂ ਲੈ ਕੇ ਉਹ ਲੋਕ ਜੋ ਕਿ ਕਿਸੇ ਵੀ ਇੰਡਸਟਰੀ ਦੇ ਨਾਲ, ਜੇ ਤੁਸੀਂ ਫੂਡ ਸਪਲਾਈ ਮਹਿਕਮੇ ਦੀ ਗੱਲ ਕਰ ਲਓ, ਜੇ ਤੁਸੀਂ ਇੰਡਸਟਰੀ ਮਹਿਕਮੇ ਦੀ ਗੱਲ ਕਰ ਲਓ, ਜਿਹੜੇ ਪਲਾਟਾਂ ਦੀ ਵੰਡ ਦੇ ਜਿਹੜੇ ਸੰਬੰਧਿਤ ਧਿਰਾਂ ਨੇ, ਵਰਗ ਨੇ, ਉਹਨਾਂ ਨੂੰ ਸਭ ਪਤਾ ਹੁੰਦਾ ਕਰਪਸ਼ਨ ਕਿੱਥੇ ਹੋਈ ਹੈ। ਗੱਲ ਤਾਂ ਅਦਾਲਤਾਂ ਦੇ ਵਿੱਚ ਸਾਬਤ ਕਰਨ ਦੀ ਹੈ ਕੇਸ, ਗੱਲ ਤਾਂ ਸਬੂਤ ਇਕੱਠੇ ਕਰਕੇ ਇੱਕ ਮਜ਼ਬੂਤ ਕੇਸ ਬਣਾਓ ਤੇ ਫਿਰ ਸਮੇਂ ਰਹਿੰਦਿਆਂ ਉਸ ਨੂੰ ਅਦਾਲਤਾਂ ਦੇ ਵਿੱਚ ਸਜ਼ਾ ਦਵਾ ਕੇ ਵਿਖਾਓ। ਅਸਲ ਕਹਾਣੀ ਇਹ ਹੈ। ਹੁਣ FIR ਅਸੀਂ ਦੇਖਿਆ ਵੀ ਇਸ਼ਤਿਹਾਰ ਤੁਸੀਂ ਬਹੁਤ ਦੇਣੇ ਆ, ਤੁਸੀਂ ਇੱਕ ਸੂਚਨਾ ਤੰਤਰ ਦੇ ਆਲੇ ਦੁਆਲੇ ਕੇਂਦਰਿਤ ਇਹ ਸਰਕਾਰ ਰਹੀ ਹੈ, ਜਿਸਨੇ ਇਸ਼ਤਿਹਾਰਾਂ ਤੋਂ ਵੱਧ, ਪਬਲਿਸਿਟੀ ਤੋਂ ਵੱਧ ਤੇ ਮੀਡੀਆ ਦੇ ਵਿੱਚ ਵੱਡੀਆਂ ਸੁਰਖੀਆਂ ਛਪਾਉਣ ਤੋਂ ਵੱਧ ਅੱਜ ਤੱਕ ਕੋਈ ਕੰਮ ਕੀਤਾ ਨਹੀਂ ਹੈ। ਉਹਦੀ ਸ਼ੁਰੂਆਤ ਵਿਜੇ ਸਿੰਗਲੇ ਤੋਂ ਇਹਨਾਂ ਨੇ ਖੁਦ ਹੀ ਆਪਣੇ ਮੰਤਰੀ ਨੂੰ ਐਡਾ ਵੱਡਾ ਉਸ ਉੱਤੇ ਤੌਹਮਤ ਲਗਾ ਕੇ, ਇਲਜ਼ਾਮ ਲਗਾ ਕੇ, ਸ਼ਾਇਦ ਸਾਹਮਣੇ ਇੱਕ ਇਲੈਕਸ਼ਨ ਸੀਗਾ, ਸ਼ੁਰੂਆਤ ਕਰਤੀ ਸੀ। ਸੋ ਹੁਣ ਲੋਕ ਇਹ ਨਹੀਂ ਦੇਖ ਰਹੇ ਕਿ ਤੁਸੀਂ ਕੀ ਕਰ ਰਹੇ ਹੋ, ਕਿਹੜੇ ਮੰਤਰੀ ਸੰਤਰੀ ਨੂੰ ਫੜ ਰਹੇ ਹੋ। ਲੋਕ ਵੀ ਅੱਕ ਚੁੱਕੇ ਨੇ। ਇਹ ਲੋਕ 2007 ਤੋਂ ਬਾਅਦ ਅੱਕਣੇ ਸ਼ੁਰੂ ਹੋ ਚੁੱਕੇ ਸੀ। ਤੁਹਾਨੂੰ ਯਾਦ ਹੋਵੇਗਾ 10-12 ਸਾਲ ਭ੍ਰਿਸ਼ਟਾਚਾਰ ਦਾ ਮੁੱਦਾ ਪੰਜਾਬ ਦੀ ਰਾਜਨੀਤੀ ਦੇ ਵਿੱਚ ਕੋਈ ਨੈਰੇਟਿਵ ਹੀ ਨਹੀਂ ਬਣਿਆ, ਉਹ ਡਿਸਕੋਰਸ ਹੀ ਨਹੀਂ ਰਿਹਾ ਸੀ, ਕਿਉਂਕਿ ਲੋਕ ਐਡੇ ਦੁਖੀ ਸੀ ਵੀ ਤੁਸੀਂ ਸਰਕਾਰਾਂ ਨੇ ਪਹਿਲਾਂ ਤਾਂ ਬਹੁਤ ਵਧਾ ਚੜਾ ਕੇ ਅਖਬਾਰਾਂ ਦੇ ਵਿੱਚ ਖਬਰਾਂ ਲਵਾਈਆਂ, ਵਿਜੀਲੈਂਸ ਬਿਊਰੋ ਦੀ ਕਾਰਵਾਈ ਨੇ ਇਹ ਕਰਤਾ, ਉਹ ਕਰਤਾ, ਕੈਪਟਨ ਅਮਰਿੰਦਰ ਸਿੰਘ, ਫਿਰ ਬਾਦਲਾਂ ਨੇ ਵੀ ਉਹਨਾਂ ਦੇ ਖਿਲਾਫ ਪਰਚੇ, ਪਤਾ ਨਹੀਂ ਕਿਹੜੇ ਇੰਟਰਨੈਟ ਘੁਟਾਲਾ ਹੋਇਆ ਕਰਦਾ ਸੀਗਾ, ਲੁਧਿਆਣਾ ਇੰਪਰੂਵਮੈਂਟ ਸੈਂਟਰ ਘੁਟਾਲੇ ਹੋਏ ਕਰਦੇ ਸੀ, ਅੰਮ੍ਰਿਤਸਰ ਇੰਪਰੂਵਮੈਂਟ ਸੈਂਟਰ ਦੀ ਜ਼ਮੀਨ ਦੇ ਘੁਟਾਲੇ ਸੀਗੇ, ਕੈਪਟਨ ਅਮਰਿੰਦਰ ਸਿੰਘ। ਉਹ ਸਾਰੇ ਲੀਡਰ ਜਦੋਂ ਬਰੀ ਹੋ ਗਏ, ਲੋਕਾਂ ਨੇ ਕਹਿਣਾ ਸ਼ੁਰੂ ਕਰਤਾ ਇਹ ਤਾਂ ਆਪਸ ਦੇ ਵਿੱਚ ਰਲੇ ਹੋਏ ਨੇ, ਇਹ ਤਾਂ ਫਿਕਸਡ ਮੈਚ ਚੱਲਦਾ ਪਿਆ ਹੈ। ਸੋ ਇੱਕ ਨਾਮੋਸ਼ੀ ਵੱਧ ਗਈ। ਲੇਕਿਨ ਠੀਕ ਹੈ, ਆਮ ਆਦਮੀ ਪਾਰਟੀ ਦੀ ਸਰਕਾਰ ਆਈ, ਪਹਿਲਾ ਫੈਸਲਾ ਇਹਨਾਂ ਦਾ ਭ੍ਰਿਸ਼ਟਾਚਾਰ ਵਿਰੋਧੀ ਹੈਲਪਲਾਈਨ ਨੂੰ ਸ਼ੁਰੂ ਕਰਨਾ ਸੀ, ਭ੍ਰਿਸ਼ਟਾਚਾਰ ਦੇ ਖਿਲਾਫ ਲੜਾਈ ਦੀ ਗੱਲ ਸੀ। ਲੇਕਿਨ ਉਸ ਦੇ ਵਿੱਚ ਜਦੋਂ ਆਪਣੇ ਮੰਤਰੀ ਸੰਤਰੀ ਵਿਧਾਇਕ ਫਸਣੇ ਸ਼ੁਰੂ ਹੋ ਜਾਣ, ਇੱਕ ਦੇ ਖਿਲਾਫ ਤੁਸੀਂ
ਚੋਣਾਂ ਦੇ ਵਿੱਚ ਫਾਇਦਾ ਚੁੱਕਣ ਲਈ ਸਖਤ ਕਾਰਵਾਈ ਕਰੋ ਤੇ ਉਹਦਾ ਵੀ ਅਦਾਲਤ ਦੇ ਵਿੱਚ ਬੁਰਾ ਹਾਲ ਹੋ ਜਾਵੇ ਕੇਸ ਦਾ, ਵਿਜੇ ਸਿੰਗਲੇ ਦਾ। ਤੇ ਦੂਸਰਾ ਜਿਹੜਾ ਕੇਸ ਹੈ, ਦੂਸਰੇ ਦੇ ਵਿੱਚ ਤੁਸੀਂ ਫੌਜਾ ਸਿੰਘ ਸਰਾਰੀ ਦਾ ਕੇਸ ਦੀ ਉੱਤੇ ਗੱਲ ਹੀ ਨਾ ਕਰੋ। ਤੀਸਰੇ ਦੇ ਵਿੱਚ ਰੰਗੇ ਹੱਥੀ ਤੁਹਾਡਾ ਵਿਧਾਇਕ ਆਪਣੇ ਕਰਿੰਦੇ ਦੇ ਨਾਲ ਫਸ ਗਿਆ ਹੋਵੇ, ਤੁਸੀਂ ਕਈ ਦਿਨ ਆਪਣੇ ਵਿਧਾਇਕ ਨੂੰ ਬਚਾਉਣ ਦੀ ਕੋਸ਼ਿਸ਼ ਕਰਦੇ ਰਹੋ ਤੇ ਜਦੋਂ ਪ੍ਰੈਸ਼ਰ ਪੈ ਜਾਵੇ ਫਿਰ ਖਿਸਿਆਣੀ ਬਿੱਲੀ ਖੰਭਾ ਨੋਚੇ ਵਾਲੀ ਗੱਲ ਹੋ ਜਾਂਦੀ ਹੈ, ਫਿਰ ਇੱਕ ਤੁਹਾਨੂੰ ਕੇਸ ਰਜਿਸਟਰ ਕਰਕੇ ਉਹਨੂੰ ਗ੍ਰਿਫਤਾਰ ਕਰਨਾ ਪਏ। ਸੋ ਉਹਨਾਂ ਦੀ ਆਪਣੀ ਹਵਾ ਜਿਹੜੀ ਹੈ ਭ੍ਰਿਸ਼ਟਾਚਾਰ ਵਿਰੋਧੀ ਮੁਹਿੰਮ ਦੀ, ਉਹ ਵੀ ਨਿਕਲਦੀ ਹੋਈ ਨਜ਼ਰ ਆ ਰਹੀ ਹੈ। ਲੇਕਿਨ ਐਟ ਦ ਸੇਮ ਪੁਆਇੰਟ ਇਨ ਟਾਈਮ ਇਹ ਐਕਸ਼ਨ ਲੋੜੀਂਦੇ ਵੀ ਨੇ। ਮੈਂ ਇਸ ਚੀਜ਼ ਤੋਂ ਉੱਤੇ ਉੱਠ ਕੇ ਗੱਲ ਕਰਨਾ ਚਾਹਾਂਗਾ ਵੀ ਠੀਕ ਹੈ, ਜੇ ਸਿਆਸੀ ਬਦਲਾਖੋਰੀ ਹੈ ਲੱਗ ਰਹੀ ਹੈ ਤਾਂ ਲੱਗੇ, ਲੇਕਿਨ ਤੁਸੀਂ ਕਾਰਵਾਈ ਕਰੋ, ਤੁਸੀਂ ਨਤੀਜੇ ਲੈ ਕੇ ਆਓ। ਲੋਕ ਨਤੀਜੇ ਵੇਖਣਾ ਚਾਹੁੰਦੇ ਨੇ, ਗੱਲਾਂ ਬਾਤਾਂ ਸੁਣਨੀਆਂ ਨਹੀਂ ਚਾਹੁੰਦੇ।